ਕੈਨੇਡਾ ਜਾਣਾ ਅੱਜਕੱਲ ਹਰ ਇੱਕ ਬੰਦੇ ਦਾ ਸੁਪਨਾ ਹੈ। ਹਰ ਬੰਦਾ ਇਹੀ ਚਾਹੁੰਦਾ ਹੈ ਕਿ ਉਸ ਦੀ ਜਿਹੜੀ ਅਗਲੀ ਪੀੜ੍ਹੀ ਹੈ ਉਹ ਇੱਕ ਸੁਖਾਵੇਂ ਢੰਗ ਦੇ ਵਿੱਚ ਆਪਣੇ ਆਪ ਨੂੰ ਡਿਵੈਲਪ ਕਰੇ ਐਂਡ ਅੱਗੇ ਜਿਹੜੀ ਫੈਮਿਲੀ ਹੈ ਉਹ ਉਸ ਨੂੰ ਕੋਈ ਪ੍ਰੋਬਲਮ ਨਾ ਆਏ। ਐਂਡ ਇਹ ਸਭ ਨੂੰ ਦੇਖਦੇ ਹੋਏ ਜੋ ਇੱਕ ਟ੍ਰੈਂਡ ਦੇਖਣਾ ਜਾ ਰਿਹਾ ਹੈ ਅੱਜ ਦੇ ਟਾਈਮ ਦੇ ਵਿੱਚ ਉਹ ਇਹ ਹੈ ਕਿ ਚਾਹੇ ਬੱਚੇ ਨੇ 12ਵੀਂ ਕੀਤੀ ਹੋ, ਚਾਹੇ ਗ੍ਰੈਜੂਏਸ਼ਨ ਕੀਤੀ ਹੋ, ਚਾਹੇ ਕੋਈ ਬੱਚਾ ਬੈਂਕ ਵਿੱਚ ਕੰਮ ਕਰ ਰਿਹਾ ਹੋਵੇ, ਚਾਹੇ ਉਹ ਕਿਤੇ ਪੜ੍ਹਾ ਰਿਹਾ ਹੋਵੇ, ਹਰ ਬੰਦਾ ਇਹੀ ਚਾਹੁੰਦਾ ਹੈ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਕੋਈ ਨਾ ਕੋਈ ਵੀਜ਼ਾ, ਚਾਹੇ ਉਹ ਵਿਜ਼ਟਰ ਵੀਜ਼ਾ ਹੋਵੇ, ਚਾਹੇ ਉਹ ਵਰਕ ਪਰਮਿਟ ਹੋਵੇ, ਚਾਹੇ ਡਾਇਰੈਕਟ ਪੀਆਰ ਹੋਵੇ, ਚਾਹੇ ਸਪਾਊਸ ਕੇਸ ਹੋਵੇ, ਕਿਸੇ ਨਾ ਕਿਸੇ ਢੰਗ ਦੇ ਨਾਲ ਕੈਨੇਡਾ ਦਾ ਇੱਕ ਵਾਰੀ ਵੀਜ਼ਾ ਲੱਗ ਜਾਏ, ਫਿਰ ਲਾਈਫ ਇੱਕ ਸੈਟ ਐਂਡ ਸਿਕਿਉਰ ਹੋ ਜਾਏਗੀ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹੀ ਗੱਲ ਕਰਾਂਗੇ ਕਿ ਅਸਲ ਦੇ ਵਿੱਚ ਕੈਨੇਡਾ ਦੀ ਕੀ ਰਿਐਲਿਟੀ ਹੈ 2023 ਦੇ ਵਿੱਚ। ਬਿਕੋਜ਼ ਅੱਜ ਤੋਂ 5 ਸਾਲ ਪਹਿਲਾਂ ਜੋ ਕੈਨੇਡਾ ਸੀਗਾ ਉਹ ਅੱਜ ਨਹੀਂ ਹੈ ਐਂਡ ਜੋ ਅਗਲੇ 5 ਸਾਲ ਬਾਅਦ ਕੈਨੇਡਾ ਹੋਏਗਾ ਉਸ ਬਾਰੇ ਕੁਝ ਕਹਿਣਾ ਹਲੇ ਕਲੀਅਰ ਨਹੀਂ ਹੈ। ਸੋ ਕਹਿਣ ਦਾ ਮੋਟਿਵ ਕੀ ਹੈ ਕਿ what are the possibilities of having a good future in 2023 ਔਰ in the starting of 2024। ਅੱਜ ਜੋ ਗੱਲਬਾਤ ਹੋਏਗੀ ਇਸ ਚੀਜ਼ ਦੇ ਅਰਾਊਂਡ ਹੀ ਘੁੰਮੇਗੀ। ਅੱਛਾ, ਬਹੁਤ ਰੂਮਰਸ ਫੈਲਾਈਆਂ ਜਾ ਰਹੀਆਂ ਨੇ ਜਾਂ ਕਹਿ ਲਓ ਕਿ ਇਹ ਗੱਲ 'ਚ ਕਿਤੇ ਨਾ ਕਿਤੇ ਸੱਚ ਵੀ ਹੈ। ਉਹ ਇਹ ਹੈ ਕਿ ਅੱਜ ਕੱਲ੍ਹ ਕੈਨੇਡਾ ਦੇ ਵਿੱਚ ਨਾ ਕੰਮ ਜੋ ਹੈਗਾ ਉਹ ਬੱਚਿਆਂ ਨੂੰ ਨਹੀਂ ਮਿਲ ਰਿਹਾ। ਉਹਦੇ ਰੀਜ਼ਨਸ ਇਹ ਨੇ ਕਿ ਕਹਿਣ ਨੂੰ ਕਿ ਬੱਚੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਜਾ ਰਹੇ ਨੇ ਤੇ ਉਸ ਢੰਗ ਦੇ ਨਾਲ ਉੱਥੇ ਜੋ ਇੱਕ ਡਿਵੈਲਪਮੈਂਟ ਹੋ ਰਹੀ ਹੈ ਉਸ ਦੀ ਜੋ ਪੇਸ ਹੈਗੀ ਆ ਉਸ ਦੇ ਵਿੱਚ ਉਹ ਐਬਜ਼ੌਰਬ ਨਹੀਂ ਹੋ ਰਹੇ। ਐਂਡ ਉਹਦਾ ਜੋ ਇੱਕ ਮੇਜਰ ਰੀਜ਼ਨ ਹੈ ਉਹ ਹੈ ਕਿ ਜੋ ਬੱਚਾ ਇੱਥੋਂ ਜਾ ਰਿਹਾ ਉਹ ਇੱਕ ਐਕਸਪੈਕਟੇਸ਼ਨ ਲੈ ਕੇ ਜਾ ਰਿਹਾ ਉੱਥੇ ਕਿ ਮੈਨੂੰ ਇਦਾਂ ਦਾ ਕੰਮ ਮਿਲ ਜਾਏਗਾ। ਜਦੋਂ ਉਹਨੂੰ ਉਦਾਂ ਦਾ ਕੰਮ ਨਹੀਂ ਮਿਲਦਾ ਤੇ ਕਿਤੇ ਉਹਨੂੰ ਥੋੜੀ ਬਹੁਤੀ ਨਿਰਾਸ਼ਾ ਫੀਲ ਹੋਣੀ ਸ਼ੁਰੂ ਹੁੰਦੀ ਹੈ। ਹੁਣ ਬੇਟਾ ਜਿਹੜੀ ਐਕਸਪੈਕਟੇਸ਼ਨਸ ਆਪਾਂ ਲੈ ਕੇ ਜਾਂਦੇ ਆ ਕੈਨੇਡਾ ਵਿੱਚ ਉਹ ਕਿਤੇ ਨਾ ਕਿਤੇ ਅਗਰ ਸਾਡੀਆਂ ਥੋੜੀਆਂ ਵੀ ਟੁੱਟਦੀਆਂ ਨੇ ਤੇ ਵੀ ਫੀਲ ਸੈਡ। Now that sadness affects not only us but our family as well। ਐਂਡ ਇਸੇ ਕਰਕੇ ਅੱਜ ਦੇ ਟਾਈਮ ਦੇ ਵਿੱਚ ਬਹੁਤ ਲੋਕ ਇਹ ਕਹਿ ਰਹੇ ਨੇ ਕਿ ਕੈਨੇਡਾ ਪੁਰਾਣੇ ਜੋ ਹਾਲਾਤ ਸੀਗੇ ਉਹਨਾਂ ਵਰਗਾ ਨਹੀਂ ਰਿਹਾ। ਬਟ ਦ ਟਰੁਥ ਆਫ ਦ ਫੈਕਟ, ਹੁਣ ਮੈਂ ਰਿਐਲਿਟੀ ਦੱਸ ਰਿਹਾ ਤੁਹਾਨੂੰ, ਜਿਹੜਾ ਬੱਚਾ ਜਾਂ ਜਿਹੜਾ ਬੰਦਾ ਸਕਿੱਲਸ ਨੂੰ ਆਪਣੇ ਨੂੰ ਇੰਪਰੂਵ ਕਰਕੇ ਪੋਲਿਸ਼ ਕਰਕੇ ਕੈਨੇਡਾ ਦੀ ਧਰਤੀ ਤੇ ਉਤਰੇਗਾ ਉਹਦੇ ਲਈ ਓਪਰਚੁਨਿਟੀਜ਼ ਦੀ ਕਦੀ ਵੀ ਕਮੀ ਨਹੀਂ ਹੋਏਗੀ। ਬਸ ਸ਼ਰਤ ਇਹ ਹੈ ਕਿ ਕੋਈ ਵੀ ਕੰਮ ਆਵੇ ਉਹ ਆਪਣਾ ਕੰਮ ਦਿਲ ਲਾ ਕੇ ਕਰੇ, ਆਪਣੇ ਮਨ ਨਾਲ ਕਰੇ ਤੇ ਉਹਨੂੰ ਉਹਦੇ ਵਿੱਚ ਸਕਸੈਸ ਹਾਸਿਲ ਹੋਏਗਾ। ਬਿਕੋਜ਼ ਪ੍ਰੋਬਲਮ ਕੀ ਆ ਰਹੀ ਹੈ ਕਿ ਬੱਚੇ ਜਿਹੜੇ ਨੇ ਉਹ ਇੱਕ ਐਕਸਪੈਕਟੇਸ਼ਨ ਲੈ ਕੇ ਜਾਂਦੇ ਨੇ ਐਂਡ ਉੱਥੇ ਜਾ ਕੇ ਬਟ ਆਬਵੀਅਸ ਹੀ ਗੱਲ ਹੈ ਮਿਹਨਤ ਤਾਂ ਕਰਨੀ ਪਏਗੀ। ਐਂਡ ਜਿਹੜੇ ਬੱਚਿਆਂ ਨੇ ਇੱਥੇ ਆਪਣੇ ਸਕਿੱਲਸ ਨਹੀਂ ਇੰਪਰੂਵ ਕੀਤੇ ਹੋਏ ਉਹਨਾਂ ਨੂੰ ਉਹ ਪ੍ਰੋਬਲਮਸ ਆਉਂਦੀਆਂ ਨੇ। ਸੋ ਦਿਸ ਇਜ਼ ਦ ਫਸਟ ਟਰੁਥ ਆਫ ਕੈਨੇਡਾ ਕਿ ਤੁਸੀਂ ਅਗਰ ਇਹ ਮੰਨ ਕੇ ਬੈਠੇ ਹੋ ਕਿ ਤੁਹਾਡੇ ਜਾਂਦੇ ਸਾਰੀ ਤੁਹਾਡੇ ਡਾਲਰ ਕਿਤੇ ਪਾਸੇ ਡਿੱਗਣੇ ਲੱਗ ਪੈਣਗੇ, ਉਹ ਪੋਸੀਬਲ ਨਹੀਂ ਹੈਗਾ। ਅੱਜ ਦੇ ਟਾਈਮ ਦੇ ਵਿੱਚ ਇਫ ਯੂ ਆਰ ਗੋਇੰਗ ਟੂ ਕੈਨੇਡਾ ਤੇ ਤੁਹਾਡੇ ਕੋਲ ਕੋਈ ਨਾ ਕੋਈ ਸਕਿੱਲ ਹੋਣਾ ਚਾਹੀਦਾ ਹੈ ਵਿਚ ਯੂ ਕੈਨ ਓਵਰ ਦੇਅਰ ਉਹਨੂੰ ਇੱਕ ਵਾਰੀ ਚੈਨਲਾਈਜ਼ ਕਰਕੇ ਉਹ ਤੋਂ ਤੁਸੀਂ ਪੈਸੇ ਕਮਾ ਸਕੋ। ਐਂਡ ਜ਼ਰੂਰੀ ਨਹੀਂ ਮੈਂ ਤੁਹਾਨੂੰ ਕੁਕਿੰਗ ਕਹਿ ਰਿਹਾ ਕਿ ਕੁਕਿੰਗ ਸਿੱਖੋ ਜਾਂ ਕਹਿ ਲਓ ਕਿ ਤੁਸੀਂ ਕਾਰਪੈਂਟਰੀ ਸਿੱਖੋ। ਅਗਰ ਤੁਸੀਂ ਮੈਨੇਜਮੈਂਟ ਵਿੱਚ ਵਧੀਆ ਹੋ ਜਾਂ ਤੁਹਾਨੂੰ ਕੰਪਿਊਟਰ ਦੇ ਵਿੱਚ ਤੁਹਾਨੂੰ ਕੋਈ ਚੀਜ਼ਾਂ ਚਲਾਉਣੀਆਂ ਆਉਂਦੀਆਂ ਨੇ, ਤੁਹਾਨੂੰ ਕੰਪਿਊਟਰ ਆਪਰੇਟ ਕਰਨਾ ਆਉਂਦਾ ਹੈ, ਤੁਹਾਨੂੰ ਅਗਰ ਸੌਫਟਵੇਅਰ ਆਪਰੇਟ ਕਰਨੇ ਆਉਂਦੇ ਨੇ, ਤੁਹਾਨੂੰ ਆਨਲਾਈਨ ਮਾਰਕੀਟਿੰਗ ਕਰਨੀ ਆਉਂਦੀ ਹੈ ਤੇ ਬੇਟਾ ਇਹਦੇ ਵਿੱਚ ਵੀ ਬਹੁਤ ਓਪਰਚੁਨਿਟੀਜ਼ ਨੇ। ਬਟ ਇੱਕ ਚੀਜ਼ ਜੋ ਮੈਂ ਹੋਰ ਕਹਿਣੀ ਚਾਹੁੰਦਾ, ਜਦੋਂ ਵੀ ਕਦੀ ਕੈਨੇਡਾ ਦੀ ਐਪਲੀਕੇਸ਼ਨ ਤੁਸੀਂ ਇਸ ਵੇਲੇ ਲਾ ਰਹੇ ਹੋ ਜਾਂ ਅੱਜ ਦਿਨਾਂ ਵਿੱਚ ਤੁਸੀਂ ਪਲਾਨ ਕਰ ਰਹੇ ਹੋ, ਚਾਹੇ ਪੀਆਰ ਵੀ ਪਲਾਨ ਕਰ ਰਹੇ ਹੋ, ਆਪਣੀ ਜੋ ਵੀ ਐਪਲੀਕੇਸ਼ਨ ਹੈਗੀ ਆ ਉਹ ਇੱਕ ਵਾਰੀ ਥੋਰਲੀ ਦੇਖ ਲਓ। Do not just go and file your case with your fraud documents ਅਗਰ ਕਿਤੋਂ ਤੁਸੀਂ ਅਰੇਂਜ ਕੀਤੇ ਨੇ। ਬਿਕੋਜ਼ ਤੁਸੀਂ ਹੁਣ ਖੁਦ ਦੇਖਿਆ ਹੋਵੇਗਾ ਕੈਨੇਡਾ 700 ਬੱਚਾ ਜੋ ਡਿਪੋਰਟ ਕਰ ਰਿਹਾ ਜਿਹੜਾ ਕਿ ਚਲੋ ਹੁਣ ਸਟੇ ਲੱਗ ਚੁੱਕਾ, ਬਟ ਕਿਤੇ ਨਾ ਕਿਤੇ ਤਲਵਾਰ ਉਹਨਾਂ ਦੇ ਸਿਰ ਤੇ ਹੱਲੇ ਵੀ ਲਟਕ ਰਹੀ ਹੈ। ਸੋ ਜੋ ਤਲਵਾਰ ਲਟਕ ਰਹੀ ਹੈ ਉਹ ਕਿਉਂ ਹੈ? ਬਿਕੋਜ਼ ਆਫ ਦਾ ਫੇਕ ਆਫਰ ਲੈਟਰਸ। ਨਾਓ ਦਿਸ ਇਜ਼ ਐਕਸਪੈਕਟਡ ਕਿ ਅਗਲੇ ਟਾਈਮ ਦੇ ਵਿੱਚ ਕੈਨੇਡਾ ਨੇ ਜੋ ਵੀਡ ਆਊਟ ਕਰਨੇ ਨੇ ਐਪਲੀਕੈਂਟਸ, ਉਹ ਐਪਲੀਕੈਂਟਸ ਕਰਨੇ ਨੇ ਜਿਨ੍ਹਾਂ ਦੀ ਪ੍ਰੋਫਾਈਲ ਟੋਟਲੀ ਫਰਾਡ ਹੈ। ਠੀਕ ਹੈ, ਸੋ ਜਦੋਂ ਵੀ ਤੁਸੀਂ ਪਲਾਨ ਕਰ ਰਹੇ ਹੋ ਕੈਨੇਡਾ ਜਾਣਾ, ਠੀਕ ਹੈ, ਹਮੇਸ਼ਾ ਆਪਣੀ ਪ੍ਰੋਫਾਈਲ ਨੂੰ ਧਿਆਨ ਨਾਲ ਸਮਝਦੇ ਹੋਏ ਜੋ ਰਿਐਲਿਟੀ ਹੈਗੀ ਹੈ ਉਹ ਤੁਸੀਂ ਆਪਣੀ ਪ੍ਰੈਜ਼ੈਂਟ ਕਰੋ, ਤੁਹਾਡਾ ਵੀਜ਼ਾ ਆਏਗਾ ਐਂਡ ਯੂ ਵਿਲ ਹੈਵ ਅ ਵੈਰੀ ਗੁੱਡ ਫਿਊਚਰ। ਐਂਡ ਇੱਕ ਚੀਜ਼ ਹੋਰ, ਕੀ ਕੈਨੇਡਾ ਦਾ ਵੀਜ਼ਾ ਲੈਣਾ ਜ਼ਰੂਰੀ ਹੈ? ਮੇਰੇ ਅਕੋਰਡਿੰਗ ਇੱਕ ਵੀਜ਼ਾ ਲੈਣਾ ਜ਼ਰੂਰੀ ਹੈ ਜਸਟ ਬਿਕੋਜ਼ ਕਿਤੇ ਨਾ ਕਿਤੇ ਉਹ ਸਿਕਿਉਰਿਟੀ ਤਾਂ ਹੈ।
ਉਹ ਇੱਕ ਸੈਂਸ ਆਫ ਸਿਕਿਉਰਿਟੀ ਜੋ ਇੱਕ ਬੰਦਾ ਡਿਮਾਂਡ ਕਰਦਾ ਹੈ, ਚਾਹੇ ਉਹ ਕਿਤੇ ਵੀ ਰਹਿੰਦਾ ਹੋਵੇ, ਉਹ ਸੈਂਸ ਆਫ ਸਿਕਿਉਰਿਟੀ ਕੈਨੇਡਾ ਦਾ ਵੀਜ਼ਾ ਤੁਹਾਨੂੰ ਦਿੰਦਾ ਹੈ। ਬਿਕੋਜ਼ ਤੁਹਾਨੂੰ ਲੱਗਦਾ ਵੀ ਚਲ ਕੁਝ ਨਹੀਂ ਬਣਿਆ ਤੇ ਚਲ ਠੀਕ ਹੈ, ਕੈਨੇਡਾ ਜਾ ਕੇ ਆਪਾਂ ਕੰਮ ਕਰ ਲਾਂਗੇ ਐਂਡ ਆਪਣਾ ਫੋਰਚੂਨ ਬਣਾ ਲਾਂਗੇ। ਸੋ ਦਿਸ ਇਜ਼ ਰਿਐਲਿਟੀ ਕਿ 2023 ਦੇ ਵਿੱਚ ਪਹਿਲੀ ਚੀਜ਼, do not go to Canada if you haven't polished your skills। एक चीज़ हो कि अपनी पर्सनैलिटी ते अपनी स्किल्स से काम करो। दूसरी चीज़ जो बहुत इंपॉर्टेंट हैगी है दैट इज कि do not just have high expectations from any place, बिकॉज ये नहीं कि मैंने फलाना बंदा काम ते ला दू या वो बंदा मेरी हेल्प कर दूगा, ਤੁਹਾਨੂੰ ਕੈਨੇਡਾ ਖੁਦ ਬ ਖੁਦ ਆਪਣਾ ਸਾਰਾ ਕੁਝ ਕਰਨਾ ਪਏਗਾ, ਇਦਾਂ ਪੋਸੀਬਲ ਨਹੀਂ ਹੈ। ਐਂਡ ਬਹੁਤੇ ਬੱਚੇ ਜਿਹੜੇ ਉੱਥੇ ਜਾਂਦੇ ਨੇ, ਜਸਟ ਇਹ ਨਹੀਂ ਕਿ ਮੈਂ ਫਲਾਣੇ ਬੰਦੇ ਨੂੰ ਕਹਿਤਾ ਉਹਨੂੰ ਮੈਨੂੰ ਕੰਮ ਤੇ ਲਾ ਦਿੱਤਾ। ਬੇਟਾ ਖੁਦ ਜਾ ਕੇ ਕੰਪਨੀਜ਼ ਦੇ ਵਿੱਚ ਆਪਣੇ ਆਪ ਨੂੰ ਪ੍ਰੈਜ਼ੈਂਟ ਕਰੋ, ਰਿਜ਼ਿਊਮੇ ਲੈ ਕੇ ਜਾਓ, ਆਪਣੇ ਆਪ ਗੱਲਬਾਤ ਕਰੋ। ਐਂਡ ਤੁਹਾਡਾ ਜਿਹੜਾ ਸਰਕਲ ਹੈ ਉਹ ਤੁਹਾਡਾ ਟਿਪੀਕਲ ਤੁਹਾਡੇ ਪੰਜਾਬ ਵਾਲਾ ਨਹੀਂ ਹੋਣਾ ਚਾਹੀਦਾ। ਟਰਾਈ ਟੂ ਮਿਕਸ ਵਿਦ ਦ ਨੇਟਿਵ ਪੀਪਲ ਅਰਾਊਂਡ देयर ਐਂਡ ਉਹਦੇ ਨਾਲ ਤੁਹਾਡੀ ਬਹੁਤ ਹੈਲਪ ਹੋਏਗੀ। ਐਂਡ ਜਿਹੜੀ ਚੀਜ਼ ਉਹ ਇੱਕ ਹੋਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਬਹੁਤੇ ਬੱਚੇ ਕਹਿੰਦੇ ਨੇ ਕਿ ਟੋਰਾਂਟੋ ਵਿੱਚ ਕੰਮ ਹੈ ਨਹੀਂ ਜਾਂ ਬਰੈਂਪਟਨ 'ਚ ਕੰਮ ਹੈ ਨਹੀਂ ਜਾਂ ਕਹਿ ਲਓ ਕਿ ਸਰੀ ਵਾਲੇ ਪਾਸੇ ਬਹੁਤ ਮੁਸ਼ਕਿਲ ਹੈ। ਬੇਟਾ ਇੱਕ ਚੀਜ਼ ਯਾਦ ਰੱਖਿਓ, ਸਾਰੇ ਪਾਸੇ ਮੁਸ਼ਕਿਲ ਹੈ। The truth is it is hard to survive ਅਗਰ ਤੁਸੀਂ ਮਿਹਨਤ ਨਾਲ ਕੰਮ ਨਹੀਂ ਕਰੋਗੇ। ਐਂਡ ਕੈਨੇਡਾ ਦੇ ਵਿੱਚ ਇਸ ਵੇਲੇ ਉਹ ਟਾਈਮ ਹੁਣ ਸ਼ੁਰੂ ਹੋ ਗਿਆ ਹੈ। ਕਿਸੇ ਟਾਈਮ ਉੱਥੇ ਜਿਹੜੀ ਹੈ ਕਿ ਅਗਰ ਤੁਸੀਂ ਥੋੜਾ ਕੰਮ ਕਰਦੇ ਸੀਗੇ ਤੁਹਾਨੂੰ ਉਹਦੀ ਜ਼ਿਆਦਾ ਕਾਸਟ ਸੀਗੀ ਨਾ, ਇੱਕ ਤੁਹਾਨੂੰ ਉਹਦਾ ਜ਼ਿਆਦਾ ਪ੍ਰਾਈਸ ਮਿਲਦਾ ਸੀਗਾ ਐਂਡ ਯੂ ਵਰ ਏਬਲ ਟੂ ਸਸਟੇਨ। ਬਟ ਅੱਜ ਦੇ ਟਾਈਮ ਦੇ ਵਿੱਚ ਕੈਨੇਡਾ ਦੇ ਵਿੱਚ ਜੋ ਇਨਫਲੇਸ਼ਨ ਵਧੀ ਹੋਈ ਹੈ ਜਾਂ ਜੋ ਉਹਨਾਂ ਦੇ ਕਹ ਲਓ ਕਿ ਖਰਚੇ ਵਧੇ ਹੋਏ ਆ, ਈਵਨ ਬੈਂਕ ਰੇਟਸ ਜੋ ਇੰਕਰੀਜ਼ ਹੋ ਰਹੇ ਨੇ, ਉਹਦੇ ਕਰਕੇ ਤੁਹਾਡਾ ਜੋ ਉੱਥੇ ਜੋ ਇੱਕ ਕਾਸਟ ਆਫ ਲਿਵਿੰਗ ਹੈ ਦੈਟ ਇਜ਼ ਇੰਕਰੀਜ਼ਿੰਗ ਡੇ ਬਾਈ ਡੇ। ਐਂਡ ਫॉर दैट मैटर ओनली दोज पीपल कैन सर्वाइव। सिर्फ वही लोग सर्वाइव कर पाएंगे ਹੁਣ ਜਿਹੜੇ ਕਿ ਪ੍ਰੋਪਰ ਮਿਹਨਤ ਕਰਕੇ ਬਾय ਡੂਇੰਗ ਸਮ ਵਰਕ ਉਹ ਉੱਥੇ ਆਪਣੇ ਆਪ ਨੂੰ ਸਟੇਬਲ ਕਰਨਗੇ। ਐਂਡ ਮੇਰੀ ਚੀਜ਼ ਇੱਕ ਹੋਰ ਮੈਂ ਜੋ ਫੀਲ ਕਰਦਾ, ਬਹੁਤੇ ਬੱਚੇ ਜਾਂ ਬਹੁਤੇ ਲੋਕ ਆਪਣੇ ਇੱਥੋਂ ਕਿਉਂ ਟਰੈਵਲ ਕਰਦੇ ਨੇ ਜਾਂ ਕਿਉਂ ਮਾਈਗ੍ਰੇਟ ਕਰਦੇ ਨੇ, ਤਾਂ ਕਿ ਕੰਮ ਦਾ ਅਸਲੀ ਮੁੱਲ ਮਿਲੇ। ਠੀਕ ਹੈ, ਜੋ ਤੁਸੀਂ ਕੰਮ ਕਰਦੇ ਹੋ ਉਹਦਾ ਇੱਕ ਮੁੱਲ ਮਿਲੇ। ਇੰਡੀਆ ਦੇ ਵਿੱਚ ਜਾਂ ਕਿਸੇ ਕਹ ਲਓ ਕਿ ਸਾਊਥ ਏਸ਼ੀਅਨ ਕੰਟਰੀਜ਼ ਦੇ ਵਿੱਚ ਮੁੱਲ ਨਹੀਂ ਮਿਲਦਾ। ਸੋ ਉਹ ਮੁੱਲ ਜਿਹੜਾ ਪੈਂਦਾ ਉਹ ਸਾਡਾ ਜਾ ਕੇ ਕੈਨੇਡਾ ਪੈਂਦਾ। ਸੋ ਕਹਿਣ ਦਾ ਮਤਲਬ ਕੀ ਹੈ ਕਿ ਕੰਮ ਤਾਂ ਵੀ ਕਰਨਾ ਹੀ ਪੈਣਾ ਨਾ। ਸੋ ਇਹੀ ਮੇਰੀ ਇੱਕ ਚੀਜ਼ ਹੈਗੀ ਜੋ ਮੈਂ ਤੁਹਾਨੂੰ ਅੱਜ ਸਮਝਾਉਣੀ ਚਾਹੁੰਦਾ ਸੀਗਾ ਔਨ ਅ ਵੈਰੀ ਪੋਜ਼ਿਟਿਵ ਨੋਟ, ਦੈਟ ਕਿ ਜ਼ਿੰਦਗੀ ਦੇ ਵਿੱਚ ਬਹੁਤ ਸਟਰਗਲ ਹੁੰਦੀ ਹੈ, ਹਰ ਦਿਨ ਇੱਕ ਸਟਰਗਲ ਹੈ। ਐਂਡ ਕੈਨੇਡਾ ਦੇ ਵਿੱਚ ਇਫ ਯੂ ਆਰ ਗੋਇੰਗ ਐਂਡ ਤੁਸੀਂ ਪਹੁੰਚ ਵੀ ਚੁੱਕੇ ਹੋ, ਜਸਟ ਆਪਣੇ ਆਪ ਨੂੰ ਪੋਜ਼ਿਟਿਵ ਰੱਖੋ। ਕਿਤੇ ਨਾ ਕਿਤੇ ਇਹ ਚੀਜ਼ ਰਿਐਲਿਟੀ ਹੈ, nobody will give you anything ਐਂਡ ਜੋ ਕਹ ਲਓ ਕਿ ਪਿਓਰ ਤੁਹਾਨੂੰ ਬਣਾ ਕੇ ਕੋਈ ਕੁਝ ਨਹੀਂ ਦਊਗਾ। ਤੁਹਾਨੂੰ ਆਪਣਾ ਫੋਰਚੂਨ, ਆਪਣਾ ਸੁਪਨਾ ਖੁਦ ਸਾਕਾਰ ਕਰਨਾ ਪੈਣਾ ਹੈ। ਐਂਡ ਇਸੇ ਕਰਕੇ ਮੈਂ ਕਹਿ ਰਿਹਾ, whether you are applying or you have applied ਔਰ ਜਾਂ ਤੁਸੀਂ ਪਹੁੰਚ ਚੁੱਕੇ ਹੋ, ਤੁਹਾਡੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਤੁਹਾਡੇ ਤੇ ਬਹੁਤ ਡਿਪੈਂਡ ਕਰਦੀ ਹੈ। ਐਂਡ ਕੈਨੇਡਾ ਜਾਣਾ 2023 ਦੇ ਵਿੱਚ ਬਹੁਤ ਵਰਥਫੁਲ ਹੈ, ਬਿਕੋਜ਼ ਐਂਡ ਆਫ ਦਾ ਡੇ ਕੰਮ ਕਰਨ ਵਾਲੇ ਬੰਦੇ ਦੀ ਬਹੁਤ ਕਮੀ ਇੰਡੀਆ ਵਿੱਚ ਵੀ ਹੈ, ਉੱਥੇ ਵੀ ਹੈ। ਇੱਥੇ ਤੁਹਾਨੂੰ ਪੈਸੇ ਉਹਦੇ ਥੋੜੇ ਘੱਟ ਮਿਲਣਗੇ, ਕੈਨੇਡਾ ਵਿੱਚ ਜਾ ਕੇ ਤੁਹਾਨੂੰ ਉਸੇ ਕੰਮ ਦੇ ਜ਼ਿਆਦਾ ਪੈਸੇ ਮਿਲਣਗੇ। ਬਟ ਹਾਂ, ਕੰਮ ਜ਼ਰੂਰ ਕਰਨਾ ਪੈਣਾ, ਉਹਦੇ ਬਿਨਾ ਪੋਸੀਬਲ ਨਹੀਂ ਹੋਏਗਾ। ਐਂਡ ਜੋ ਲਾਸਟ ਵਿੱਚ ਮੈਂ ਹੋਰ ਗੱਲ ਕਹਿਣੀ ਚਾਹੁੰਦਾ ਆ, ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ, ਕੈਨੇਡਾ ਪਹੁੰਚ ਕੇ ਜਾਂ ਕੈਨੇਡਾ ਜੇਕਰ ਤੁਸੀਂ ਆ ਚੁੱਕੇ ਹੋ, ਆਪਣੇ ਖਰਚੇ ਨੂੰ ਕੰਟਰੋਲ ਕਰੋ। ਆਲਵੇਜ਼ ਸਪੈਂਡ ਮਨੀ ਵਾਈਜ਼ਲੀ, ਬਿਕੋਜ਼ ਤੁਸੀਂ ਬਹੁਤ ਔਖਿਆਂ ਕਮਾਈ ਹੋਈ ਹੈ। ਆਪਣੇ ਪੈਸੇ ਨੂੰ ਇਸ ਢੰਗ ਨਾਲ ਸੰਭੋ ਕਿ ਤੁਸੀਂ ਕੋਈ ਫालतू ਖਰਚਾ ਤਾਂ ਨਹੀਂ ਕਰ ਰਹੇ। ਬਿਕੋਜ਼ ਜਿਹੜੇ ਬੱਚੇ ਆਉਂਦੇ ਸਾਰੇ ਗੱਡੀਆਂ ਲੈ ਲੈਂਦੇ ਨੇ ਜਾਂ GIC ਦਾ ਪੈਸਾ ਖਰਾਬ ਕਰ ਲੈਂਦੇ ਨੇ ਜਾਂ ਰਿਸ਼ਤੇਦਾਰਾਂ ਦੇ ਪਿੱਛੇ ਲੱਗ ਕੇ ਕੁਝ ਵੱਡੀ ਇਨਵੈਸਟਮੈਂਟ ਕਰ ਲੈਂਦੇ ਨੇ, ਬੇਟਾ ਉਹਨਾਂ ਦਾ ਬਹੁਤ ਮੁਸ਼ਕਿਲ ਹੋਏਗਾ। ਸੋ ਦਿਸ ਇਜ਼ ਮਾਈ ਹੰਬਲ ਰਿਕੁਐਸਟ ਕਿ ਆਪਣੇ ਜੋ ਸੁਪਨੇ ਨੂੰ ਪੂਰਾ ਕਰਨਾ ਹੈ ਉਹਦੇ ਵਿੱਚ ਮਿਹਨਤ ਕਰਨੀ ਪਏਗੀ। ਐਂਡ ਇਨ ਅ ਵੈਰੀ ਪੋਜ਼ਿਟਿਵ ਮੈਨਰ ਆਈ ਐਮ ਸੇਇੰਗ ਇਟ ਅਗੇਨ, ਕੈਨੇਡਾ ਇਜ਼ ਵਰਥ ਗੋਇੰਗ ਇਨ 2023 ਐਂਡ 24 ਐਂਡ ਇਨ ਦ ਨੈਕਸਟ ਈਅਰਸ, ਬਿਕੋਜ਼ ਉਹਨਾਂ ਨੂੰ ਜੋ ਇੱਕ ਡਿਮਾਂਡ ਹੈਗੀ ਹੈ ਲੇਬਰ ਦੀ, ਉਹ ਡੇ ਬਾਈ ਡੇ ਇੰਕਰੀਜ਼ ਹੋ ਰਹੀ ਹੈ। ਜਿੰਨਾ ਵੀ ਕੈਨੇਡਾ ਇਸ ਵੇਲੇ ਡਿਵੈਲਪ ਹੋਇਆ, ਉਹ ਹਮੇਸ਼ਾ ਉਹ ਦੇਖੋਗੇ ਤੁਸੀਂ ਧਿਆਨ ਦੇ ਨਾਲ, ਅਗਰ ਮੈਪ ਦੇਖੋਗੇ, ਉਹ ਅਮਰੀਕਾ ਦੇ ਬਾਰਡਰ ਤੇ ਡਿਵੈਲਪ ਹੋਇਆ। ਸੋ ਪੂਰਾ ਦਾ ਪੂਰਾ ਕੈਨੇਡਾ ਹਲੇ ਆਬਾਦ ਹੋਣ ਵਾਲਾ ਪਿਆ ਹੈ। ਸੋ ਜਿੰਨਾ ਆਬਾਦ ਹੋਣ ਵਾਲਾ ਪਿਆ ਹੈ, that means that has more opportunities to grab।
ਸੋ ਆਪਣੀ ਓਪਰਚੁਨਿਟੀਜ਼ ਨੂੰ ਗ੍ਰੈਬ ਕਰਨ ਲਈ ਪਹਿਲੀ ਗੱਲ ਇੱਕ ਚੀਜ਼ ਤੁਹਾਡੇ ਨੂੰ ਜਾਂ ਤੁਹਾਨੂੰ ਤੁਹਾਡੀ ਪਰਸਨੈਲਿਟੀ ਦੇ ਵਿੱਚ ਕੋਈ ਨਾ ਕੋਈ ਸਕਿੱਲ ਹੋਣਾ ਬਹੁਤ ਜ਼ਰੂਰੀ ਹੈ। ਸੋ ਸਕਿੱਲ ਹੋਊਗਾ ਤਾਂ ਹੀ ਓਪਰਚੁਨਿਟੀ ਗ੍ਰੈਬ ਕਰੋਗੇ ਨਾ। ਸੋ ਇਫ ਯੂ ਆਰ ਇਨ ਇੰਡੀਆ ਐਂਡ ਤੁਸੀਂ ਆਪਣੇ ਹਾਲੇ ਪੜ੍ਹ ਰਹੇ ਹੋ ਜਾਂ ਕੋਈ ਜੌਬ ਕਰ ਰਹੇ ਹੋ, ਚਾਹੇ ਬੈਂਕਿੰਗ ਕਰ ਰਹੇ ਹੋ, ਕੁਝ ਵੀ ਕਰ ਰਹੇ ਹੋ, ਬੇਟਾ ਜਸਟ ਆਪਣੀ ਸਕਿੱਲਸ ਨੂੰ ਇੰਪਰੂਵ ਕਰੋ। ਜਾਂਦੇ ਸਾਰ ਤੁਹਾਨੂੰ ਕੋਈ ਨੌਕਰੀ ਕਿਸੇ ਨੇ ਨਹੀਂ ਦੇਣੀ, ਇਹ ਰਿਐਲਿਟੀ ਹੈ ਐਂਡ ਇੰਡੀਆ ਵਿੱਚ ਵੀ ਨਹੀਂ ਮਿਲਦੀ। ਬਟ ਹਾਂ ਇਹ ਗੱਲ ਸਹੀ ਹੈ ਕਿ ਅਗਰ ਤੁਹਾਨੂੰ ਕੰਮ ਆਉਂਦਾ ਹੈ, ਅਗਰ ਤੁਸੀਂ ਕੰਮ ਕਰਨਾ ਜਾਣਦੇ ਹੋ, ਤੁਹਾਡਾ ਇੱਕ ਪ੍ਰੋਫੈਸ਼ਨਲ ਐਟੀਟਿਊਡ ਹੈ ਤੇ ਤੁਹਾਨੂੰ ਉੱਥੇ ਬਹੁਤ ਆਰਾਮ ਦੇ ਨਾਲ ਕੰਮ ਮਿਲੇਗਾ। ਕੰਮ ਮਿਲ ਰਿਹਾ ਹੈ ਐਂਡ ਇਹ ਰਿਐਲਿਟੀ ਹੈ। ਜਸਟ ਆਪਣੇ ਆਪ ਨੂੰ ਫੋਕਸ ਹੋ ਕੇ ਪੋਜ਼ਿਟਿਵਲੀ ਇਸ ਵੱਲ ਵਧੋ, ਆਪਣਾ ਡ੍ਰੀਮ ਪੂਰਾ ਕਰੋ। ਐਂਡ ਅਗਰ ਕਿਸੇ ਵੀ ਬੱਚੇ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਕੈਨੇਡਾ ਅਪਲਾਈ ਕਰਨ ਲਈ ਜਾਂ ਕਿਸੇ ਇੰਡੀਵਿਜੂਅਲ ਨੂੰ ਆ ਰਹੀ ਹੈ, ਉਹਨੂੰ ਪੀਆਰ ਦੀ ਉਹਨੇ ਕੇਸ ਫਾਈਲ ਕਰਨਾ ਜਾਂ ਕਹ ਲਓ ਕਿ ਸਟੱਡੀ ਵੀਜ਼ਾ ਫਾਈਲ ਕਰਨਾ, ਉਹ ਮੈਨੂੰ ਹੇਠ ਦਿੱਤੇ ਹੋਏ ਨੰਬਰ ਦੇ ਵਿੱਚ ਜੋ ਮੈਂ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਉਹ ਕੰਟੈਕਟ ਕਰ ਸਕਦਾ ਹੈ। ਐਂਡ ਆਈ ਐਮ ਸੇਇੰਗ ਦਿਸ ਆਲ ਫਰਮ ਮਾਈ ਓਨ ਐਕਸਪੀਰੀਅੰਸ, ਜਿੰਨੀਆਂ ਕਹ ਲਓ ਕਿ ਫਾਈਲਿੰਗ ਪ੍ਰੋਸੈਸਿੰਗ ਅਸੀਂ ਕਰਦੇ ਹਾਂ, ਜਿੱਦਾਂ ਦੀਆਂ ਫਾਈਲਸ ਇਸ ਵੇਲੇ ਲੱਗ ਰਹੀਆਂ ਨੇ ਬੇਟਾ, ਦ ਵੀਜ਼ਾ ਰੇਟਸ ਆਰ ਵੈਰੀ ਗੁੱਡ। ਐਂਡ ਮੋਰ ਓਵਰ ਜੋ ਮੈਨੂੰ ਬਹੁਤ ਖੁਸ਼ੀ ਵਾਲੀ ਗੱਲ ਇੱਕ ਹੋਰ ਦਿਖ ਰਹੀ ਹੈ ਫਾਈਲਸ ਦੇ ਵਿੱਚ, ਉਹ ਇਹ ਹੈ ਕਿ ਉਹ ਬੱਚੇ ਜਾਂ ਉਹ ਇੰਡੀਵਿਜੂਅਲਸ ਫਾਈਲ ਆ ਰਹੇ ਨੇ ਜਿਹੜੇ ਕਿ ਪ੍ਰੋਪਰਲੀ ਸਕਿਲਡ ਨੇ। ਦੈਟ ਮੀਨਸ ਦੇ ਹੈਵ ਲਰਨਡ ਸਮਥਿੰਗ। ਸੋ ਮੇਰੀ ਇਹੀ ਗੁਜ਼ਾਰਿਸ਼ ਹੈ ਹਰ ਬੱਚੇ ਨੂੰ ਜੋ ਇਹ ਵੀਡੀਓ ਸੁਣ ਰਿਹਾ, ਹਰ ਉਸ ਬੰਦੇ ਨੂੰ ਜੋ ਕੈਨੇਡਾ ਜਾਣਾ ਚਾਹੁੰਦਾ ਹੈ, ਕਿ ਜਸਟ ਆਪਣੇ ਆਪ ਤੇ ਫੋਕਸ ਕਰੋ। ਡੂ ਨਾਟ ਜਸਟ ਗੋ ਹੇਅਰ ਐਂਡ ਦੇਅਰ, ਆਪਣਾ ਟਾਈਮ ਨਾ ਖਰਾਬ ਕਰੋ। ਆਪਣਾ ਆਰਾਮ ਨਾਲ ਬਹਿ ਕੇ ਧਿਆਨ ਨਾਲ ਗੱਲ ਸੋਚੋ ਕਿ ਪੈਸਾ ਉਹਨੂੰ ਮਿਲਦਾ ਜੋ ਕੰਮ ਕਰਦਾ, ਵਿਹਲੇ ਨੂੰ ਨਹੀਂ ਮਿਲਣਾ, ਤਾਂ ਕੰਮ ਤਾਂ ਕਰਨਾ ਪੈਣਾ। ਤਾਂ ਇਸ ਲਈ ਆਪਣੇ ਸਕਿੱਲਸ ਨੂੰ ਇੰਪਰੂਵ ਕਰ ਲਓ, ਠੀਕ ਹੈ। ਸੋ ਆਲ ਦ ਵੈਰੀ ਬੈਸਟ ਫॉर ਯੋਰ ਫਿਊਚਰ। ਜੋ ਤੁਹਾਨੂੰ ਮੈਂ ਗੱਲਾਂ ਸਮਝਾਈਆਂ ਨੇ, ਆਈ ਹੋਪ ਤੁਹਾਨੂੰ ਸਮਝ ਲੱਗ ਗਈਆਂ ਹੋਣਗੀਆਂ। ਐਂਡ ਇਸੇ ਤਰ੍ਹਾਂ ਤੁਸੀਂ ਜੋ ਆਪਣੇ ਫਿਊਚਰ ਨੂੰ ਲੈ ਕੇ ਜੋ ਫੋਕਸ ਨਾਲ ਲੱਗੇ ਹੋਏ ਹੋ, ਉਹ ਲੱਗੇ ਰਹੋਗੇ। ਐਂਡ ਲਾਈਫ ਇਜ਼ ਅ ਸਟਰਗਲ, ਕਰਨੀ ਹੀ ਪੈਣੀ ਹੈ ਬੇਟਾ, ਇਹਦੇ ਬਿਨਾਂ ਨਹੀਂ ਹੋਣਾ। ਸੋ ਥੈਂਕ ਯੂ ਐਵਰੀਬਡੀ ਐਂਡ ਬਲੈਸ ਯੂ।